ये कह रहे हो भी स्टेजां तो तुसी नेड़े तेड़े भी ना आयो, ना बोलियो, सिर मत्थे, हजे भी सिर मत्थे। असी ये कह रहे हैं भी स्टेज तो आपां नहीं बोलांगे, पर असी इकट्ठे बह के गलबात आपस च कर सकते हैं। जे सरकार जिहड़ी अज साडी दुश्मन आ, जे तुसी उन्हां नाल इन्नियां मीटिंगां कर सकते हो, तो साडा तां कोई परसनल वैर ही नहीं ना। साडे कोले कुछ आइडियाज़ आ, ਉਹ ਆਈਡੀਆਜ਼ ਅਸੀਂ ਤੁਹਾਡੇ ਨਾਲ ਬੈਠ ਕੇ, ਖਾਸ ਤੌਰ ਤੇ ਕਿਸਾਨ ਜਥੇਬੰਦੀਆਂ ਦੀ ਲੀਡਰਸ਼ਿਪ ਨਾਲ ਬੈਠ ਕੇ ਡਿਸਕਸ ਕਰਨਾ ਚਾਹੁੰਦੇ ਆ, ਕਿਉਂਕਿ ਇਹ ਕੋਈ ਬਹੁਤ ਚੰਗੀ ਜਾਂ ਸੋਹਣੀ ਗੱਲ ਨਹੀਂ ਹੁੰਦੀ ਵੀ ਅਸੀਂ ਤੁਹਾਡੇ ਰੂਬਰੂ ਸੋਸ਼ਲ ਮੀਡੀਆ ਰਾਹੀਂ ਹੋਈਏ, ਹੋਰ ਸਾਡੇ ਕੋਲੇ ਕੋਈ ਰਾਹ ਨਾ ਹੋਵੇ ਤੇ ਤੁਸੀਂ ਸੋਸ਼ਲ ਮੀਡੀਆ ਰਾਹੀਂ ਅਟੈਕ ਕਰਨ ਲੱਗ ਜਾਓ ਤੇ ਆਈਡੀਆਜ਼ ਨੂੰ ਜਨਰੇਟ ਹੀ ਨਾ ਹੋਣ ਦਿਓ। ਸੋ ਮੇਰੀ ਇੱਕ ਹੱਥ ਜੋੜ ਕੇ ਬੇਨਤੀ ਆ ਸਾਡੇ ਆਗੂਆਂ ਨੂੰ, ਤੁਹਾਡੀ ਅਗਵਾਈ 'ਚ ਸੰਘਰਸ਼ ਲੜ ਰਹੇ ਹਾਂ, ਤੁਹਾਡੀ ਅਗਵਾਈ 'ਚ ਸੰਘਰਸ਼ ਲੜਾਂਗੇ, ਪਰ ਤੁਸੀਂ ਸਾਡੇ ਜਿਹੜੇ ਕੋਈ ਸਲਾਹਾਂ ਜਾਂ ਆਈਡੀਆਜ਼ ਆ ਉਹਨੂੰ ਲਓ। ਜੇ ਤੁਹਾਨੂੰ ਚੰਗੇ ਲੱਗੇ ਤਾਂ ਤੁਸੀਂ ਮੰਨ ਲਿਓ, ਜੇ ਨਹੀਂ ਚੰਗੇ ਲੱਗੇ ਤਾਂ ਨਾ ਮੰਨਿਓ। ਪਰ ਸਾਡਾ ਗੁੱਸਾ ਇਹ ਆ ਵੀ ਤੁਸੀਂ ਸਾਨੂੰ ਜਿਹੜੀਆਂ ਗੱਲਾਂ ਕਹੀਆਂ ਵੀ ਪ੍ਰੀਤੀ ਭੋਜ ਕਰਕੇ ਆਉਣੇ ਹੋ ਅਸੀਂ ਸਰਕਾਰ ਨਾਲ, ਤੁਸੀਂ ਇਹ ਗੱਲ ਕਹੀ ਤੇ ਇਹ ਸਾਡੇ ਦਿਲਾਂ ਨੂੰ ਲੱਗ ਗਈ। ਮੈਂ ਉਹਨਾਂ ਨੂੰ ਕਿਹਾ ਜੀ ਇਹ ਗੱਲ ਜਿਹੜੀ ਸੀ ਨਾ, ਇਹ ਸਿੰਬੋਲਿਕ ਗੱਲ ਸੀ। ਪ੍ਰੀਤੀ ਭੋਜ ਕਈ ਵਾਰੀ ਜਦੋਂ ਅਸੀਂ ਸੰਘਰਸ਼ ਜਾਂ ਲੜਾਈ ਲੜਦੇ ਹਾਂ ਉਦੋਂ ਸਿੰਬੋਲਿਕ ਗੱਲਾਂ ਦਾ ਵੀ ਧਿਆਨ ਰੱਖਣਾ ਪੈਂਦਾ ਹੁੰਦਾ। ਇਹ ਗੱਲ ਹਮੇਸ਼ਾ ਪਹਿਲੇ ਦਿਨ ਤੋਂ ਸ਼ੰਭੂ ਮੋਰਚੇ ਰਾਹੀਂ ਅਸੀਂ ਰੱਖੀ ਵੀ ਇਹ ਲੜਾਈ ਕੱਲੀ ਆਰਥਿਕ ਲੜਾਈ ਨਹੀਂ ਆ, ਕੱਲੀ MSP ਦੀ ਲੜਾਈ ਨਹੀਂ ਆ, ਗੱਲ ਸਾਡੀ ਹੋਂਦ ਦੀ ਹੈ। ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਗੱਲਬਾਤ ਜਿਹੜੀ ਕੁਝ ਪਾਲਿਸੀਜ਼ ਨੂੰ ਲੈ ਕੇ ਆਪਾਂ ਗੱਲਬਾਤ ਕਰਾਂਗੇ, ਜਿਹੜੀ ਬੜੀ ਜ਼ਰੂਰੀ ਆ, ਕਿਉਂਕਿ ਅੱਜ ਸਾਡੇ ਜਥੇਬੰਦੀਆਂ ਦੀ ਜਿਹੜੀ ਲੀਡਰਸ਼ਿਪ ਆ ਜਾਂ ਸਾਡੇ ਆਗੂ ਆ, ਕਿਸਾਨ ਆਗੂ, ਉਹਨਾਂ ਦੀ ਸਰਕਾਰ ਨਾਲ ਮੀਟਿੰਗ ਹੋਈ। ਸਰਕਾਰ ਨਾਲ ਅੱਜ ਦੀ ਮੀਟਿੰਗ 'ਚ ਸੰਗਤ ਨੂੰ ਬੜੀਆਂ ਆਸਾਂ ਸੀ, ਕਿਉਂਕਿ ਜਿਵੇਂ ਸਾਨੂੰ ਸਾਡੇ ਆਗੂਆਂ ਨੇ ਪਿਛਲੀ ਮੀਟਿੰਗ 'ਚ ਇਹ ਦੱਸਿਆ ਵੀ ਸਰਕਾਰ ਦਾ ਰਵੱਈਆ ਉਹ ਬੜਾ ਚੰਗਾ ਰਿਹਾ ਤੇ ਸਰਕਾਰ ਸਾਡੀਆਂ ਗੱਲਾਂ ਮੰਨਦੀ ਆ ਤੇ ਹੋ ਸਕਦਾ ਅਗਲੀ ਮੀਟਿੰਗ 'ਚ ਕੋਈ ਹੱਲ ਨਿਕਲਿਆ ਹੋਵੇ। ਸੋ ਅਸੀਂ ਬੜੇ ਆਸਵੰਦ ਸੀ ਵੀ ਇਸ ਮੀਟਿੰਗ 'ਚ ਕੋਈ ਹੱਲ ਨਿਕਲੂਗਾ, ਪਰ ਇੱਕ ਵਾਰੀ ਫਿਰ ਮੀਟਿੰਗ ਬੇਸਿੱਟਾ ਰਹੀ। ਸੋ ਹੁਣ ਜਿਸ ਮੋੜ ਤੇ ਜਾਂ ਜਿੱਥੇ ਸੰਘਰਸ਼ ਜਿਹੜੇ ਪੜਾਅ ਤੇ ਪਹੁੰਚ ਗਿਆ, ਸਾਨੂੰ ਇਹ ਸਮਝ ਲੈਣਾ ਚਾਹੀਦਾ ਵੀ ਇਸ ਤੋਂ ਬਾਅਦ ਸੰਘਰਸ਼ ਦੀ ਜਾਂ ਸਰਕਾਰ ਦੀ ਜਿਹੜੀ ਇਸ ਤੋਂ ਬਾਅਦ ਰਣਨੀਤੀ ਹੋਊਗੀ ਉਹ ਕਰੜੀ ਹੋਊਗੀ, ਉਹ ਥੋੜਾ ਜਿਹਾ ਕਰੜਾ ਕਰਨਗੇ ਤੇ ਸਾਨੂੰ ਵੀ ਕਰਨਾ ਪਊਗਾ। ਸੋ ਇਸ ਖਾਤਰ ਥੋੜਾ ਜਿਹਾ ਵਿਸ਼ਲੇਸ਼ਣ ਕਰਨਾ, ਐਨਾਲਾਈਜ਼ ਕਰਨਾ ਇਸ ਸੰਘਰਸ਼ ਨੂੰ ਬੜਾ ਜ਼ਰੂਰੀ ਆ ਤੇ ਆਪਸ 'ਚ ਇੱਕ ਕੋਆਰਡੀਨੇਸ਼ਨ ਪੈਦਾ ਕਰਨੀ ਬੜੀ ਜ਼ਰੂਰੀ ਆ, ਟੀਮ ਵਰਕ ਪੈਦਾ ਕਰਨਾ ਸਾਡੇ ਲਈ ਬੜਾ ਜ਼ਰੂਰੀ ਆ। ਸਾਡੇ ਲਈ ਜਦੋਂ ਮੈਂ ਕਹਿੰਦਾ ਉਹ ਸਾਡੇ ਕਿਸਾਨ ਆਗੂਆਂ 'ਚ ਤੇ ਸਾਡੇ 'ਚ। ਸੋ ਇਸ ਤੇ ਆਪਾਂ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਸਾਨੂੰ ਇਸ ਸੰਘਰਸ਼ ਦਾ ਜਿਹੜਾ ਮੂਲ ਖਾਂਸਾ ਕੀ ਆ ਤੇ ਇਹਦਾ ਦਾਇਰਾ ਕਿੰਨਾ ਕੁ ਵੱਡਾ, ਇਹ ਗੱਲ ਸਮਝਣੀ ਚਾਹੀਦੀ ਆ। ਇਹ ਕਿਉਂ ਸਮਝਣੀ ਚਾਹੀਦੀ ਆ? ਕਿਉਂਕਿ ਇਸ ਗੱਲ 'ਚ ਕੋਈ ਸ਼ੱਕ ਨਹੀਂ ਵੀ ਇਹ ਕਿਸਾਨੀ ਸੰਘਰਸ਼ ਆ। ਕਿਸੇ ਵੇਲੇ ਜਦੋਂ ਪਹਿਲਾਂ ਕਿਤੇ ਕਿਸਾਨੀ ਸੰਘਰਸ਼ ਪੈਦਾ ਹੋਏ ਆ ਤਾਂ ਉਹ ਕਿਸਾਨਾਂ ਦੇ ਸੰਘਰਸ਼ ਹੁੰਦੇ ਸੀ, ਕਿਸਾਨ ਹੀ ਲੜਦੇ ਸੀ ਤੇ ਕਿਸਾਨ ਜਥੇਬੰਦੀਆਂ ਦੇ ਆਗੂ ਉਸ ਸੰਘਰਸ਼ ਦੀ ਅਗਵਾਈ ਕਰਦੀਆਂ ਸੀ ਤੇ ਉਸ ਵੇਲੇ ਸਮੇਂ-ਸਮੇਂ ਤੇ ਸਰਕਾਰਾਂ ਨਾਲ ਉਹ ਲੜਾਈ ਲੜਦੀਆਂ ਸੀ। ਇਸ ਗੱਲ 'ਚੋਂ ਅਸੀਂ ਮੁਨਕਰ ਨਹੀਂ ਹੋ ਰਹੇ। ਇਸ ਸੰਘਰਸ਼ ਵਿੱਚ ਵੀ ਜੇ ਅਸੀਂ ਇਹ ਗੱਲ ਸਮਝੀਏ, ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਸੇ ਇਸ਼ੂ ਨੂੰ ਰੈਕਗਨਾਈਜ਼ ਕੀਤਾ ਜਾਂ ਇਹ ਕਹਿ ਲਈਏ ਇਸ ਜਿਹੜੇ ਨਵੇਂ ਕਾਨੂੰਨ ਬਣੇ ਆ ਇਸ ਇਸ਼ੂ ਨੂੰ ਉਹਨਾਂ ਨੇ ਪਛਾਣਿਆ। ਇਸ ਗੱਲ ਦੇ ਉੱਤੇ ਫਿਰ ਲਾਮਬੰਦੀ ਹੋਈ, ਉਹ ਵੀ ਕਿਸਾਨ ਜਥੇਬੰਦੀਆਂ ਨੇ ਆਪਦੇ ਕੈਡਰ ਦੇ ਥਰੂ ਕੀਤੀ। ਇਸ ਗੱਲ ਤੋਂ ਵੀ ਮੁਨਕਰ ਨਹੀਂ ਹੋ ਸਕਦੇ। ਇਹ ਗੱਲ ਬਿਲਕੁਲ ਸਿਹਰਾ ਕਿਸਾਨ ਜਥੇਬੰਦੀਆਂ ਤੇ ਆਗੂਆਂ ਨੂੰ ਜਾਂਦਾ ਵੀ ਸਾਰੀ ਜਿਹੜੀ ਇਸ਼ੂ ਨੂੰ ਪਛਾਣਨ ਤੋਂ ਲੈ ਕੇ ਲਾਮਬੰਦੀ ਤੱਕ ਦਾ ਸਫ਼ਰ ਆ ਉਹ ਬਾਖੂਬੀ ਸਾਡੇ ਕਿਸਾਨ ਆਗੂਆਂ ਨੇ ਨਿਭਾਇਆ। ਪਰ ਹੁਣ ਇਹਦਾ ਮੂਲ ਖਾਂਸਾ ਕੀ ਆ, ਇਹ ਸਾਨੂੰ ਸਮਝਣਾ ਚਾਹੀਦਾ। ਜੋ ਸੰਘਰਸ਼ ਦਾ ਹੁਣ ਰੂਪ ਸਾਡੇ ਸਾਹਮਣੇ ਆ ਰਿਹਾ ਤੇ ਜਿਸ ਤਰ੍ਹਾਂ ਦੀ ਵਿਆਪਕ ਪਾਰਟੀਸਪੇਸ਼ਨ ਜਾਂ ਸ਼ਮੂਲੀਅਤ ਸਾਹਮਣੇ ਆ ਰਹੀ ਆ, ਉਸ ਗੱਲ ਤੋਂ ਸਾਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਆ ਤੇ ਇਹ ਗੱਲ ਮੰਨ ਵੀ ਲੈਣੀ ਚਾਹੀਦੀ ਆ ਵੀ ਇਹ ਇਕੱਲੇ ਕਿਸਾਨਾਂ ਦਾ ਸੰਘਰਸ਼ ਨਹੀਂ ਰਿਹਾ। ਹਾਲਾਂਕਿ ਮੈਂ ਵੀ
किसान परिवार चों आ, सारी जिंदगी दादे ने पिओ ने किसानी ही कीती आ ते किसान परिवार नाल संबंधित आ। पर यह गल इस करके सानू समझ लेनी चाहिए है क्योंकि इसका दायरा बहुत वड्डा हो गया तो यह इस संघर्ष का खासियत भी है। इस संघर्ष की ਇਹਦਾ ਖਾਸਾ ਜਿਹੜਾ ਉਹ ਕੱਲਾ ਕਿਸਾਨਾਂ ਦਾ ਸੰਘਰਸ਼ ਨਹੀਂ ਰਿਹਾ। ਹੁਣ ਇਹ ਜਿਹੜਾ ਸੰਘਰਸ਼ ਆ ਇਹਦੇ 'ਚ ਜਿਹੜੀ ਵਿਆਪਕ ਸ਼ਮੂਲੀਅਤ ਆ ਉਹ ਬਹੁਤ ਹੋਰ ਵਰਗਾਂ ਦੀ ਵੀ ਹੋ ਰਹੀ ਆ। ਤੁਸੀਂ ਦੇਖੋ ਸਾਡੇ ਚਾਹੇ ਨਿਹੰਗ ਸਿੰਘ ਫੌਜਾਂ ਬੈਠੀਆਂ, ਸਾਡੇ ਜਿਹੜੇ ਬੁੱਧੀਜੀਵੀ ਆ ਉਹ ਆ ਰਹੇ ਆ, ਸਾਡੇ ਇੱਥੇ ਜਿਹੜੇ ਪੁਲਿਸ ਅਫਸਰ ਆ ਉਹ ਆਪਦੀਆਂ ਨੌਕਰੀਆਂ ਛੱਡ ਕੇ ਆ ਰਹੇ ਆ, ਸਾਡੇ ਜਿਹੜੇ ਟੀਚਰਸ ਆ ਜਾਂ ਜਿਹੜੇ ਪ੍ਰੋਫੈਸਰਸ ਆ ਉਹ ਆ ਰਹੇ ਆ। ਸੋ ਕਿਸ ਤਰ੍ਹਾਂ ਦੀ ਮੇਰਾ ਜਿਹੜਾ ਇੱਕ ਕਿੱਤਾ ਸੀ ਕਲਾਕਾਰ ਜਾਂ ਕਲਾ ਨਾਲ ਸੰਬੰਧ ਖੇਤਰ ਚੋਂ ਅਸੀਂ ਆ ਗਏ ਕਿਉਂਕਿ ਇਹ ਗੱਲ ਅਸੀਂ ਪਹਿਲੇ ਦਿਨ ਤੋਂ ਸਮਝ ਲਈ ਤੇ ਇਹ ਗੱਲ ਹਮੇਸ਼ਾ ਪਹਿਲੇ ਦਿਨ ਤੋਂ ਸ਼ੰਭੂ ਮੋਰਚੇ ਰਾਹੀਂ ਅਸੀਂ ਰੱਖੀ ਵੀ ਇਹ ਲੜਾਈ ਕੱਲੀ ਆਰਥਿਕ ਲੜਾਈ ਨਹੀਂ ਆ, ਕੱਲੀ MSP ਦੀ ਲੜਾਈ ਨਹੀਂ ਆ, ਗੱਲ ਸਾਡੀ ਹੋਂਦ ਦੀ ਆ। ਜਦੋਂ ਹੋਂਦ ਦੀ ਲੜਾਈ ਆ ਸੋ ਇਹੋ ਜੀ ਵਿਆਪਕ ਪਾਰਟਿਸਪੇਸ਼ਨ ਹੋਣੀ ਲਾਜ਼ਮੀ ਸੀ ਤੇ ਉਹ ਸਾਨੂੰ ਦਿਖ ਵੀ ਰਹੀ ਆ। ਸੋ ਇਹ ਗੱਲ ਸਾਡੇ ਕਿਸਾਨ ਆਗੂਆਂ ਨੂੰ ਸਾਡੀ ਬੇਨਤੀ ਆ ਵੀ ਇਹ ਗੱਲ ਉਹਨਾਂ ਨੂੰ ਮੰਨ ਲੈਣੀ ਚਾਹੀਦੀ ਆ। ਇਸ ਸੰਘਰਸ਼ ਦਾ ਜਿਹੜਾ ਦਾਇਰਾ ਉਹ ਐਡਾ ਵੱਡਾ ਹੋ ਗਿਆ ਵੀ ਇਸ ਸੰਘਰਸ਼ ਦੀ ਅਗਵਾਈ ਆ ਜਿਹੜੀ ਉਹ ਅਕਾਲ ਪੁਰਖ ਵਾਹਿਗੁਰੂ ਆਪ ਕਰ ਰਹੇ ਆ। ਸੋ ਇਸ ਸੰਘਰਸ਼ ਦਾ ਦਾਇਰਾ ਸਾਡੀਆਂ ਅਕਲਾਂ ਤੋਂ ਸਾਡੀਆਂ ਗਿਣਤੀਆਂ ਮਿੰਤੀਆਂ ਤੋਂ ਬਹੁਤ ਵੱਡਾ ਹੋ ਚੁੱਕਿਆ। ਉਹਦਾ ਪ੍ਰਤੱਖ ਉਦਾਹਰਨ ਸਾਡੇ ਸਾਹਮਣੇ ਇਹ ਆ ਵੀ ਜਿਸ ਦਿਨ 26 ਨਵੰਬਰ ਨੂੰ ਅਸੀਂ ਸ਼ੰਭੂ ਤੋਂ ਤੁਰੇ ਸੀ ਤੇ ਕਿਸਾਨ ਜਥੇਬੰਦੀਆਂ ਦੇ ਜਾਂ ਸਾਡੇ ਆਗੂਆਂ ਦਾ ਜਿਹੜਾ ਪਲਾਨ ਇਹ ਸੀ ਵੀ ਅਸੀਂ ਸ਼ੰਭੂ ਤੇ ਬਹਿ ਜਾਾਂਗੇ ਜਾਂ ਉਧਰ ਖਨੌਰੀ ਵਾਲੇ ਪਾਸੇ ਖਨੌਰੀ ਬਹਿ ਜਾਣਗੇ ਜਾਂ ਜਿੱਥੋਂ ਵੀ ਅਸੀਂ ਦਿੱਲੀ ਪਰ ਅਕਾਲ ਪੁਰਖ ਵਾਹਿਗੁਰੂ ਦਾ ਵਰਤਾਰਾ ਇਹ ਵਾਪਰਿਆ ਵੀ ਉੱਥੇ ਅਕਾਲ ਪੁਰਖ ਵਾਹਿਗੁਰੂ ਨੇ ਸੰਗਤ ਦੇ ਰਾਹੀਂ ਆਪ ਫੈਸਲੇ ਦਵਾਏ। ਸੰਗਤ ਉਹਨਾਂ ਬਾਰਡਰਾਂ ਤੇ ਨਹੀਂ ਬੈਠੀ ਤੇ ਦਿੱਲੀ ਨੂੰ ਆ ਕੇ ਘੇਰ ਲਿਆ। ਬੋਲੇ ਸੋ ਨਿਹਾਲ। ਸੋ ਦਿੱਲੀ ਨੂੰ ਆ ਕੇ ਘੇਰ ਲਿਆ। ਜਦੋਂ ਅਸੀਂ ਦਿੱਲੀ ਨੂੰ ਘੇਰੀ ਬੈਠੇ ਆ ਇਹ ਗੱਲ ਜਾਂ ਇਹ ਵਰਤਾਰਾ ਕਿਸੇ ਜਥੇਬੰਦੀ ਜਾਂ ਕਿਸੇ ਬੰਦੇ ਨੇ ਜਾਂ ਕਿਸੇ ਵਿਅਕਤੀ ਨੇ ਇਹ ਗੱਲ ਨਹੀਂ ਸੋਚੀ ਸੀ। ਇਹ ਉਹਨਾਂ ਗਿਣਤੀਆਂ ਮਿੰਤੀਆਂ ਤੋਂ ਤੇ ਸਾਡੀਆਂ ਅਕਲਾਂ ਤੋਂ ਪਰਾਂ ਦੀ ਗੱਲ ਹੋਈ। ਅਗਲੀ ਗੱਲ ਜਿਹੜੀ ਸਾਨੂੰ ਇੱਕ ਹੋਰ ਸਮਝ ਲੈਣੀ ਚਾਹੀਦੀ ਹੈ ਵੀ ਜਿੱਦਾਂ ਅਸੀਂ ਦਿੱਲੀ ਆ ਕੇ ਇੱਥੇ ਬੈਠੇ ਕੁੰਡਲੀ ਬਾਰਡਰ ਤੇ ਉਦੋਂ ਜਥੇਬੰਦੀਆਂ ਦਾ ਫੈਸਲਾ ਇਹ ਸੀ ਵੀ ਬਰਾੜੀ ਦੇ ਗਰਾਊਂਡ 'ਚ ਚੱਲਦੇ ਆ, ਪਰ ਫਿਰ ਸੰਗਤ ਨੇ ਫੈਸਲਾ ਲਿਆ ਵੀ ਬਰਾੜੀ ਨਹੀਂ ਅਸੀਂ ਤਾਂ ਇੱਥੇ ਹੀ ਬੈਠਾਂਗੇ। ਸੋ ਇਹ ਦੋ ਪ੍ਰਤੱਖ ਉਦਾਹਰਨਾਂ ਸਾਡੇ ਸਾਹਮਣੇ ਆ ਜੀ ਤੋਂ ਸਾਨੂੰ ਇਹ ਪਤਾ ਲੱਗਦਾ ਵੀ ਇਹ ਸਾਡੀਆਂ ਗਿਣਤੀਆਂ ਮਿੰਤੀਆਂ ਤੋਂ ਸਾਡੀਆਂ ਅਕਲਾਂ ਤੋਂ ਪਰਾਂ ਦੀਆਂ ਗੱਲਾਂ ਹੋ ਰਹੀਆਂ ਤੇ ਇਸ ਸੰਘਰਸ਼ ਦੀ ਅਗਵਾਈ ਅਕਾਲ ਪੁਰਖ ਵਾਹਿਗੁਰੂ ਆਪ ਕਰ ਰਹੇ ਆ। ਇੱਥੇ ਕਿਸੇ ਜਥੇਬੰਦੀ ਦੀ ਅਗਵਾਈ ਨਹੀਂ ਆ, ਕਿਸੇ ਵਿਅਕਤੀ ਦੀ ਅਗਵਾਈ ਨਹੀਂ ਆ। ਇਸ ਲਈ ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੀ ਜਾਂ ਇੱਕ ਡਿਵਾਈਨ ਇੰਟਰਵੈਂਸ਼ਨ ਆ ਜਿਹਨੂੰ ਕਹਿੰਦੇ ਆ ਜਾਂ ਜਿਹਨੂੰ ਕਹਿੰਦੇ ਆ ਵੀ ਅਧਿਆਤਮਕ ਜਿਹੜੀ ਗੱਲ ਵਾਪਰ ਰਹੀ ਹੈ ਇਹਨੂੰ ਪਛਾਣ ਲੈਣਾ ਚਾਹੀਦਾ। ਸੋ ਉਸ ਗੱਲ ਨੂੰ ਪਛਾਣ ਕੇ ਇਹ ਗੱਲ ਮੰਨ ਲੈਣੀ ਚਾਹੀਦੀ ਆ ਵੀ ਅਕਾਲ ਪੁਰਖ ਵਾਹਿਗੁਰੂ ਜੋ ਕਰ ਰਿਹਾ ਉਹ ਉਹਦੀ ਰਜ਼ਾ 'ਚ ਹੋ ਰਿਹਾ ਤੇ ਸੰਗਤ ਰੂਪੀ ਫੈਸਲੇ ਦੇ ਰਾਹੀਂ ਹੋ ਰਿਹਾ। ਤੁਸੀਂ ਇਹ ਦੇਖੋ ਇਹ ਗੱਲ ਬੜੀ ਬਾਕਮਾਲ ਆ ਵੀ ਸੰਗਤ ਦੇ ਫੈਸਲੇ ਸੰਗਤ ਕਿਤੇ ਕੋਈ ਜਗ੍ਹਾ ਨਹੀਂ ਮਿਥੀ ਹੋਈ ਉਹਨਾਂ ਨੇ ਵੀ ਕਿਤੇ ਬੈਠ ਕੇ ਜਗ੍ਹਾ ਮਿਥੀ ਆ ਤੇ ਸੰਗਤ ਉੱਥੋਂ ਫੈਸਲੇ ਲੈ ਰਹੀ ਆ। ਨਹੀਂ, ਸੰਗਤ ਵਾਹਿਗੁਰੂ ਦੇ ਰਾਹੀਂ ਅਕਾਲ ਪੁਰਖ ਵਾਹਿਗੁਰੂ ਦੇ ਰਾਹੀਂ ਉਹਨਾਂ ਦੇ ਮਨਾਂ 'ਚ ਹੀ ਗੱਲ ਵਸ ਜਾਂਦੀ ਆ ਤੇ ਥਾਂ ਤੇ ਹੀ ਫੈਸਲੇ ਲੈ ਲੈਂਦੀ ਆ। ਇਹ ਗੱਲ ਬਾਕਮਾਲ ਆ। ਇਹ ਗੱਲ ਪਹਿਲਾਂ ਕਦੇ ਨਹੀਂ ਦੇਖੀ ਗਈ ਸੀ। ਇਸ ਸੰਘਰਸ਼ 'ਚ ਪਹਿਲੀ ਵਾਰੀ ਇਹ ਗੱਲ ਸਾਡੇ ਸਾਹਮਣੇ ਆਈ ਹੈ। ਇਸੇ ਕਰਕੇ ਆਪਾਂ ਵਾਰ-ਵਾਰ ਇਹ ਗੱਲ ਕਹਿ ਰਹੇ ਹਾਂ ਵੀ ਇਹ ਇਤਿਹਾਸਕ ਵਰਤਾਰਾ ਵਾਪਰ ਰਿਹਾ। ਇਸ ਤਰ੍ਹਾਂ ਦਾ ਸੰਘਰਸ਼ ਪਹਿਲਾਂ ਨਾ ਕਦੇ ਪੈਦਾ ਹੋਇਆ ਤੇ ਹੋ ਸਕਦਾ ਆਉਣ ਵਾਲੇ ਸਮੇਂ 'ਚ ਜਦੋਂ ਤੱਕ ਉਸ ਅਕਾਲ ਪੁਰਖ ਵਾਹਿਗੁਰੂ ਦੀ ਰਜ਼ਾ ਨਾ ਹੋਊਗੀ ਉਦੋਂ ਤੱਕ ਐਡਾ ਵੱਡਾ ਸੰਘਰਸ਼ ਪੈਦਾ ਨਹੀਂ ਹੋਣਾ। ਸੋ ਇਸ ਸੰਘਰਸ਼ ਦਾ ਮੂਲ ਖਾਂਸਾ ਤੇ ਇਸ ਸੰਘਰਸ਼ ਦਾ ਦਾਇਰਾ ਇਹ ਸਾਨੂੰ ਸਮਝ ਲੈਣਾ ਚਾਹੀਦਾ ਕਿ ਇਹ ਸੰਘਰਸ਼ ਸੰਗਤ ਦਾ, ਇਹ ਸੰਘਰਸ਼ ਲੋਕਾਂ ਦਾ, ਇੱਥੇ ਕਿਸੇ ਜਥੇਬੰਦੀ ਜਾਂ ਕਿਸੇ ਵਿਅਕਤੀ ਦਾ ਗਲਬਾ ਨਹੀਂ ਆ ਇਸ ਸੰਘਰਸ਼ ਤੇ ਜੇ ਲੋਕਾਂ ਦਾ ਸੰਘਰਸ਼ ਆ ਫਿਰ ਲੋਕਾਂ ਦੀ ਜਾਂ ਲੋਕਾਂ ਦੇ ਜਿਹੜੇ ਨੁਮਾਇੰਦੇ ਆ ਉਹਨਾਂ ਦਾ ਸਾਨੂੰ ਰਿਪਰੈਜ਼ੈਂਟੇਸ਼ਨ ਲੈ ਲੈਣੀ ਚਾਹੀਦੀ ਆ। ਹੁਣ ਜਿਸ ਤਰ੍ਹਾਂ ਦਾ
ਵਰਤਾਰਾ ਚੱਲ ਰਿਹਾ, ਜੋ ਅੱਜ ਵੀ ਸਰਕਾਰ ਨਾਲ ਮੀਟਿੰਗ ਹੋਈ, ਜਿਹੜਾ ਇੱਕ ਡੈਡਲੌਕ ਜਾਂ ਇਹ ਪੜਾਅ ਆਇਆ ਹੋਇਆ, ਇਹ ਡੈਡਲੌਕ ਦਾ ਪੜਾਅ ਆਇਆ ਹੋਇਆ, ਉਹ ਟੁੱਟ ਨਹੀਂ ਰਿਹਾ। 1 ਮਹੀਨਾ ਜਾਂ ਉਦੋਂ ਜ਼ਿਆਦਾ ਦਿਨ ਹੋ ਗਏ ਸਾਨੂੰ ਇੱਥੇ, 1 ਮਹੀਨਾ 4 5 6 ਦਿਨ ਹੋ ਗਏ ਹੋਣੇ ਆ ਬੈਠਿਆਂ ਨੂੰ, ਤੇ ਡੈਡਲੌਕ ਟੁੱਟ ਨਹੀਂ ਰਿਹਾ। ਅਸੀਂ ਹਜੇ ਵੀ ਜਾਬਤੇ 'ਚ, ਅਸੀਂ ਚੜ੍ਹਦੀ ਕਲਾ 'ਚ, ਤੇ ਸਾਡਾ ਏਕਾ ਵੀ ਬਰਕਰਾਰ ਆ। ਵਾਰ-ਵਾਰ ਆਪਾਂ ਇਹ ਗੱਲ ਕਹਿ ਰਹੇ ਹਾਂ ਵੀ ਕਿਸਾਨ ਮਜ਼ਦੂਰ ਏਕਤਾ ਜਿਹੜੀ ਜਿੰਦਾਬਾਦ। ਸੋ ਏਕਤਾ ਜਿਹੜਾ ਲਫ਼ਜ਼ ਆ, ਇਹ ਜਿਹੜਾ ਸਾਨੂੰ ਸਮਝ ਲੈਣਾ ਚਾਹੀਦਾ ਵੀ ਸਾਨੂੰ ਸਾਡੀ ਏਕਤਾ ਤਾਂ ਹੀ ਅਸੀਂ ਦਿਖਾ ਪਾਵਾਂਗੇ ਜੇ ਕੱਲਾ ਉਹ ਨਾਅਰਿਆਂ 'ਚ ਨਾ ਹੋਵੇ, ਜੋ ਪ੍ਰੈਕਟਿਸ 'ਚ ਵੀ ਜਾਂ ਸਾਰਾ ਡਿਸਕੋਰਸ ਜੋ ਚੱਲ ਰਿਹਾ ਉੱਥੇ ਵੀ ਸਾਨੂੰ ਦਿਖੇ। ਹੁਣ ਡਿਸਕੋਰਸ ਕੀ ਚੱਲ ਰਿਹਾ, ਅੱਜ ਜਿਹੜਾ ਡੈਡਲੌਕ ਕ੍ਰੀਏਟ ਹੋਇਆ ਉਸ ਡੈਡਲੌਕ ਨੂੰ ਤੋੜਨ ਦੇ ਲਈ ਜਾਂ ਸਾਡੀ ਰਣਨੀਤੀ ਘੜਨ ਲਈ ਸਾਡੇ ਕੋਲੇ ਕੁਝ ਆਈਡੀਆਜ਼ ਆ। ਥੋੜਾ ਜਿਹਾ ਇੱਧਰ ਨੂੰ ਘੁਮਾਓ ਜੀ। ਹਾਂਜੀ, ਸਾਡੇ ਕੋਲੇ ਕੁਝ ਆਈਡੀਆਜ਼ ਆ। ਉਹ ਆਈਡੀਆਜ਼ ਅਸੀਂ ਤੁਹਾਡੇ ਨਾਲ ਬੈਠ ਕੇ, ਖਾਸ ਤੌਰ ਤੇ ਕਿਸਾਨ ਜਥੇਬੰਦੀਆਂ ਦੀ ਲੀਡਰਸ਼ਿਪ ਨਾਲ ਬੈਠ ਕੇ ਡਿਸਕਸ ਕਰਨਾ ਚਾਹੁੰਦੇ ਆ, ਕਿਉਂਕਿ ਇਹ ਕੋਈ ਬਹੁਤ ਚੰਗੀ ਜਾਂ ਸੋਹਣੀ ਗੱਲ ਨਹੀਂ ਹੁੰਦੀ ਵੀ ਅਸੀਂ ਤੁਹਾਡੇ ਰੂਬਰੂ ਸੋਸ਼ਲ ਮੀਡੀਆ ਰਾਹੀਂ ਹੋਈਏ, ਹੋਰ ਸਾਡੇ ਕੋਲੇ ਕੋਈ ਰਾਹ ਨਾ ਹੋਵੇ ਤੇ ਤੁਸੀਂ ਸੋਸ਼ਲ ਮੀਡੀਆ ਰਾਹੀਂ ਅਟੈਕ ਕਰਨ ਲੱਗ ਜਾਓ ਤੇ ਆਈਡੀਆਜ਼ ਨੂੰ ਜਨਰੇਟ ਹੀ ਨਾ ਹੋਣ ਦਿਓ, ਤੇ ਵਾਰ-ਵਾਰ ਇਹ ਗੱਲ ਪਰਸਨਲ ਅਟੈਕ ਰਾਹੀਂ ਕਹਿਣ ਲੱਗ ਜਾਓ ਵੀ ਇਹ ਤਾਂ RSS ਆ, ਇਹ ਤਾਂ ਏਜੰਸੀਆਂ ਦੇ ਬੰਦੇ ਆ, ਇਹ ਤਾਂ ਦੋ ਫਾੜ ਕਰ ਰਹੇ ਆ ਸੰਘਰਸ਼ ਨੂੰ। ਸੋ ਮੇਰੀ ਇੱਕ ਹੱਥ ਜੋੜ ਕੇ ਬੇਨਤੀ ਆ ਸਾਡੇ ਆਗੂਆਂ ਨੂੰ, ਤੁਹਾਡੀ ਅਗਵਾਈ 'ਚ ਇਹ ਸੰਘਰਸ਼ ਲੜ ਰਹੇ ਆ, ਤੁਹਾਡੀ ਅਗਵਾਈ 'ਚ ਸੰਘਰਸ਼ ਲੜਾਂਗੇ, ਪਰ ਤੁਸੀਂ ਸਾਡੇ ਜਿਹੜੇ ਕੋਈ ਸਲਾਹਾਂ ਜਾਂ ਆਈਡੀਆਜ਼ ਆ ਉਹਨੂੰ ਲਓ। ਜੇ ਤੁਹਾਨੂੰ ਚੰਗੇ ਲੱਗੇ ਤਾਂ ਤੁਸੀਂ ਮੰਨ ਲਿਓ, ਜੇ ਨਹੀਂ ਚੰਗੇ ਲੱਗੇ ਤਾਂ ਨਾ ਮੰਨਿਓ। ਸੋ ਅਗਵਾਈ ਤਾਂ ਤੁਹਾਡੀ ਆ। ਸੋ ਇਸ ਲਈ ਅਗਲੀ ਗੱਲ ਜਿਹੜੀ ਮੈਂ ਕਰਨੀ ਚਾਹੁੰਦਾ ਸੀ ਵੀ ਸਟੇਜ ਤੋਂ ਬੋਲਣ ਵਾਸਤੇ ਮੈਂ ਜਾਂ ਸਾਡਾ ਕੋਈ ਵੀ ਬੰਦਾ ਇੱਥੇ ਨਹੀਂ ਆਇਆ, ਅਸੀਂ ਸਟੇਜਾਂ ਤੋਂ ਬੋਲਣ ਨਹੀਂ ਆਏ। ਤੁਸੀਂ ਜੇ ਕਹਿ ਰਹੇ ਹੋ ਵੀ ਸਟੇਜਾਂ ਤੋਂ ਤੁਸੀਂ ਨੇੜੇ ਤੇੜੇ ਵੀ ਨਾ ਆਇਓ, ਨਾ ਬੋਲਿਓ, ਸਿਰ ਮੱਥੇ, ਹਜੇ ਵੀ ਸਿਰ ਮੱਥੇ ਅਸੀਂ ਇਹ ਕਹਿ ਰਹੇ ਹਾਂ ਵੀ ਸਟੇਜ ਤੋਂ ਆਪਾਂ ਨਹੀਂ ਬੋਲਾਂਗੇ, ਪਰ ਅਸੀਂ ਇਕੱਠੇ ਬਹਿ ਕੇ ਗੱਲਬਾਤ ਆਪਸ 'ਚ ਤਾਂ ਕਰ ਸਕਦੇ ਹਾਂ। ਜੇ ਸਰਕਾਰ ਜਿਹੜੀ ਅੱਜ ਸਾਡੀ ਦੁਸ਼ਮਣ ਆ, ਜੇ ਤੁਸੀਂ ਉਹਨਾਂ ਨਾਲ ਇੰਨੀਆਂ ਮੀਟਿੰਗਾਂ ਕਰ ਸਕਦੇ ਹੋ ਤਾਂ ਸਾਡਾ ਤਾਂ ਕੋਈ ਪਰਸਨਲ ਵੈਰ ਹੀ ਨਹੀਂ ਨਾ, ਸਾਡਾ ਤਾਂ ਕੁਝ ਨਹੀਂ ਵੰਡਿਆ, ਤੇ ਅਸੀਂ ਆਪਸ 'ਚ ਬੈਠ ਕੇ ਵੀ ਗੱਲਬਾਤ ਕਰ ਸਕਦੇ ਹਾਂ। ਕੀ ਪਤਾ ਜਿਹੜਾ ਇਸ ਡੈਡਲੌਕ ਨੂੰ ਤੋੜਨ ਦਾ ਹੱਲ, ਕਈ ਵਾਰੀ ਸਾਨੂੰ ਲੱਗਦਾ ਹੁੰਦਾ ਵੀ ਹੱਲ ਇੱਕੋ ਪਾਸੇ ਪਿਆ, ਕੀ ਪਤਾ ਉਹ ਦੂਜੇ ਪਾਸੇ ਹੱਲ ਪਿਆ ਹੋਵੇ ਤੇ ਉਹ ਹੱਲ ਸਾਨੂੰ ਦੇਖ ਹੀ ਨਹੀਂ ਰਿਹਾ ਹੋਵੇ, ਤੇ ਅਸੀਂ ਉਹ ਹੱਲ ਤੁਹਾਨੂੰ ਦਿਖਾਉਣ 'ਚ ਆਪਦੀ ਥੋੜੀ ਬਹੁਤ ਹੈਲਪ ਕਰ ਦਈਏ, ਥੋੜੀ ਬਹੁਤ ਸਹਾਇਤਾ ਕਰ ਦਈਏ। ਸੋ ਇਸ ਖਾਤਰ ਮੇਰੀ ਤੁਹਾਨੂੰ ਜਿਹੜੀ ਬੇਨਤੀ ਆ ਹੱਥ ਜੋੜ ਕੇ ਵੀ ਇੱਕ ਤਾਂ ਸਾਨੂੰ ਕੋਆਰਡੀਨੇਸ਼ਨ ਆਪਸ 'ਚ ਬਣਾਉਣੀ ਚਾਹੀਦੀ ਆ, ਇਹ ਸਾਡੇ ਸੰਘਰਸ਼ ਲਈ ਵੀ ਜ਼ਰੂਰੀ ਆ। ਜੇ ਅਸੀਂ ਕੋਆਰਡੀਨੇਸ਼ਨ ਆਪਸ 'ਚ ਨਹੀਂ ਬਣਾ ਕੇ ਚੱਲਾਂਗੇ ਤਾਂ ਸਰਕਾਰਾਂ ਤਾਂ ਇਹ ਚਾਹੁੰਦੀਆਂ ਫਿਰ, ਔਰ ਜੇ ਕਿਤੇ ਜੇ ਸਾਡੇ ਵਖਰੇਵੇਂ ਵੀ ਸੀ, ਦੇਖੋ ਵਖਰੇਵੇਂ ਜਿਹੜੇ ਸੀ ਉਹ ਸਿਧਾਂਤਕ ਸੀ ਜਾਂ ਉਹ ਸੰਘਰਸ਼ ਦੇ ਪੈਂਤੜਿਆਂ ਨੂੰ, ਰਣਨੀਤੀ ਨੂੰ ਲੈ ਕੇ ਸੀ। ਵਖਰੇਵੇਂ ਕੋਈ ਪਰਸਨਲ ਵਖਰੇਵੇਂ ਥੋੜੀ ਆ ਆਪਣੇ। ਸੋ ਜੇ ਸਿਧਾਂਤਕ ਵਖਰੇਵਿਆਂ ਤੇ ਅਸੀਂ ਇੱਕ ਦੂਜੇ ਦੇ ਖਿਲਾਫ ਪੋਜੀਸ਼ਨ ਲੈ ਲਾਂਗੇ, ਇਹ ਤਾਂ ਪੋਲੀਟੀਕਲ ਪਾਰਟੀਆਂ ਕਰਦੀਆਂ ਹੁੰਦੀਆਂ ਵੀ ਜਿਹੜਾ ਸਾਡੇ ਖਿਲਾਫ ਸਿਧਾਂਤਕ ਤੌਰ ਤੇ ਪੋਜੀਸ਼ਨ ਲੈ ਜੇ ਉਹਨੂੰ ਤੁਸੀਂ ਹੁਣ ਪਰਸਨਲ ਅਟੈਕ ਕਰਨਾ ਸ਼ੁਰੂ ਕਰ ਦਿਓ। ਸੋ ਪਰਸਨਲ ਅਟੈਕ ਅੱਜ ਤੱਕ ਮੈਂ ਆਪਦੇ ਕਿਸੇ ਗੱਲ 'ਚ ਜਾਂ ਸਾਡੇ ਕਿਸੇ ਬੰਦੇ ਨੇ ਜਥੇਬੰਦੀਆਂ ਦੇ ਆਗੂਆਂ ਤੇ ਕੋਈ ਪਰਸਨਲ ਅਟੈਕ ਨਹੀਂ ਕੀਤਾ। ਹਮੇਸ਼ਾ ਹੀ ਇਹ ਗੱਲ ਲੈ ਕੇ ਗਏ ਆ ਵੀ ਜਥੇਬੰਦੀਆਂ ਦੇ ਆਗੂ ਸਤਿਕਾਰਯੋਗ ਆ, ਉਹਨਾਂ ਨੇ ਜਿਹੜੀਆਂ ਲੜਾਈਆਂ 40-50 ਸਾਲਾਂ 'ਚ ਲੜੀਆਂ, ਉਹ ਲੜਾਈਆਂ ਦੀ ਵੀ ਅਸੀਂ ਕਦਰ ਕਰਦੇ ਹਾਂ, ਉਸ ਲੜਾਈਆਂ ਨੂੰ ਵੀ ਅਸੀਂ ਮੰਨਦੇ ਹਾਂ। ਪਰ ਜਿਸ ਤਰ੍ਹਾਂ ਦਾ ਸੰਘਰਸ਼ ਹੁਣ ਇਹ ਪੈਦਾ ਹੋ ਗਿਆ ਜਾਂ ਜਿਸ ਤਰ੍ਹਾਂ ਦਾ ਵਰਤਾਰਾ ਚੱਲ ਰਿਹਾ, ਉੱਥੇ ਕਈ ਵਾਰੀ ਪੁਰਾਣੇ ਪੈਂਤੜੇ ਜਾਂ ਪੁਰਾਣੀਆਂ ਜਿਹੜੀਆਂ ਰਣਨੀਤੀਆਂ ਉਹ ਨਹੀਂ ਕੰਮ ਆਉਂਦੀਆਂ। ਸਾਨੂੰ ਨਵੇਂ ਪੈਂਤਰੇ ਤੇ ਨਵੀਂ ਰਣਨੀਤੀ ਘੜਨੀ ਪੈਂਦੀ ਆ, ਸਮੇਂ ਦੇ ਅਨੁਸਾਰ ਰਣਨੀਤੀ ਬਦਲਣੀ ਪੈਂਦੀ ਆ। ਇਸ ਖਾਤਰ ਮੇਰੀ ਬੇਨਤੀ ਆ ਵੀ ਅਸੀਂ ਆਪਸ 'ਚ ਕੋਆਰਡੀਨੇਸ਼ਨ ਬਣਾਈਏ, ਤੁਸੀਂ ਸਾਡੀ ਰਿਪਰੈਜ਼ੈਂਟੇਸ਼ਨ ਵੀ ਲਓ, ਅਸੀਂ ਤੁਹਾਨੂੰ ਸਲਾਹਾਂ ਦਈਏ, ਤੇ ਅਸੀਂ ਆਪਸ 'ਚ ਜਦੋਂ ਮਿਲ ਕੇ ਬੈਠਾਂਗੇ, ਮੈਂ ਇੱਕ ਵਾਰੀ ਫੇਰ ਕਹਿੰਦਾ, ਜੇ ਤੁਹਾਡੇ ਮੇਰੇ ਨਾਲ ਚਲੋ ਇੱਕ ਪਰਸਨਲ ਗੱਲ ਆਪਾਂ ਸ਼ੇਅਰ ਕਰ ਲੈਂਦੇ ਆ। ਤੀਜੇ ਚੌਥੇ ਦਿਨ ਸੰਘਰਸ਼ ਦੇ ਮੈਂ ਰਾਤ ਨੂੰ ਮੁੰਡਿਆਂ ਨੂੰ, ਸਾਡੇ ਯੂਥ ਨੂੰ ਮਿਲਦਾ, ਸਟੇਜ ਦੇ ਆਸ-ਪਾਸ ਫਿਰ ਰਿਹਾ ਸੀ, ਤਾਂ ਉੱਥੇ ਜਿਹੜੇ ਮਨਜੀਤ ਰਾਏ ਆ ਜਿਨ੍ਹਾਂ ਨੇ ਕਾਫੀ ਕੁਝ ਬੋਲਿਆ, ਮੇਰੇ ਖਿਲਾਫ ਕਾਫੀ ਕੁਝ ਬੋਲਿਆ ਜਾਂ ਹੋਰ ਵੀ ਬੜਾ
ਕੁਝ ਬੋਲਿਆ ਸਾਰੇ ਬੰਦਿਆਂ ਦੇ ਖਿਲਾਫ। ਉਹਨਾਂ ਨੇ ਮੈਨੂੰ ਬੁਲਾ ਲਿਆ, 2-3 ਸਾਡੇ ਕਿਸਾਨ ਜਥੇਬੰਦੀਆਂ ਦੇ ਆਗੂ ਸੀਗੇ ਤੇ ਉਹ ਕਹਿੰਦੇ ਜੀ ਤੁਹਾਡੇ ਨਾਲ ਗੱਲ ਕਰਨੀ ਆ। ਮੈਂ ਕਿਹਾ ਪਲੀਜ਼ ਕਰੋ ਜੀ। ਕਹਿੰਦੇ ਆਪਾਂ ਮਿਲ ਕੇ ਬੈਠਾਂਗੇ ਤੇ ਆਪਾਂ ਗੱਲਬਾਤ ਕਰਾਂਗੇ, ਪਰ ਸਾਡਾ ਗੁੱਸਾ ਇਹ ਆ ਵੀ ਤੁਸੀਂ ਸਾਨੂੰ ਜਿਹੜੀਆਂ ਗੱਲਾਂ ਕਹੀਆਂ ਵੀ ਪ੍ਰੀਤੀ ਭੋਜ ਕਰਕੇ ਆਉਣੇ ਹੋ ਅਸੀਂ ਸਰਕਾਰ ਨਾਲ, ਤੁਸੀਂ ਇਹ ਗੱਲ ਕਹੀ ਤੇ ਇਹ ਸਾਡੇ ਦਿਲਾਂ ਨੂੰ ਲੱਗ ਗਈ। ਮੈਂ ਉਹਨਾਂ ਨੂੰ ਕਿਹਾ ਜੀ ਇਹ ਗੱਲ ਜਿਹੜੀ ਸੀ ਨਾ ਇਹ ਸਿੰਬੋਲਿਕ ਗੱਲ ਸੀ। ਪ੍ਰੀਤੀ ਭੋਜ ਕਈ ਵਾਰੀ ਜਦੋਂ ਅਸੀਂ ਸੰਘਰਸ਼ ਜਾਂ ਲੜਾਈ ਲੜਦੇ ਆ ਉਦੋਂ ਸਿੰਬੋਲਿਕ ਗੱਲਾਂ ਦਾ ਵੀ ਧਿਆਨ ਰੱਖਣਾ ਪੈਂਦਾ ਹੁੰਦਾ। ਇਹ ਸਿੰਬੋਲਿਕ ਗੱਲ ਸੀ, ਉਹਨਾਂ ਪੈਂਤੜਿਆਂ ਦਾ ਵੀ ਧਿਆਨ ਰੱਖਣਾ ਪੈਂਦਾ ਹੁੰਦਾ। ਪਰ ਜੇ ਤੁਹਾਡਾ ਦਿਲ ਦੁਖਿਆ ਮੇਰੀ ਕਿਸੇ ਗੱਲ ਤੋਂ ਤਾਂ ਮੈਂ ਸਾਰੇ ਜਥੇਬੰਦੀਆਂ ਦੇ ਆਗੂਆਂ ਤੋਂ ਮਾਫੀ ਮੰਗਦਾ। ਇਸ ਗੱਲ 'ਚ ਆਪਾਂ ਕੋਈ ਹੰਕਾਰ ਜਾਂ ਇਨਸਿਕਿਉਰਿਟੀ ਲੈ ਕੇ ਥੋੜੀ ਚੱਲ ਰਹੇ ਆ। ਸੋ ਕੋਈ ਸਿੱਖ ਜਾਂ ਗੁਰੂ ਨਾਨਕ ਸਾਹਿਬ ਤੋਂ ਜਿਹੜਾ ਹੀ ਜਜ਼ਬਾ ਲੈ ਕੇ ਆਪਾਂ ਤੁਰੇ ਆ, ਉੱਥੇ ਕੋਈ ਹੰਕਾਰ ਤੇ ਇਨਸਿਕਿਉਰਿਟੀ ਨਹੀਂ ਆ, ਕੋਈ ਈਗੋ ਨਹੀਂ ਆ ਤੇ ਅਸੀਂ ਮਾਫੀ ਮੰਗਦੇ ਆ ਜੇ ਤੁਹਾਡਾ ਦਿਲ ਦਿਖਾਇਆ ਤਾਂ। ਉਹ ਕਹਿੰਦੇ ਠੀਕ ਆ ਕੋਈ ਗੱਲ ਨਹੀਂ, ਫਿਰ ਅਸੀਂ ਦੱਸਾਂਗੇ। ਉਸ ਤੋਂ ਬਾਅਦ ਮੇਰੇ ਨਾਲ ਕੋਈ ਰਾਬਤਾ ਨਹੀਂ ਬਣਾਇਆ। ਦੂਜੇ ਤੀਜੇ ਦਿਨ ਇਨਫੈਕਟ ਮਤਾ ਪਾਤਾ ਵੀ ਦੀਪ ਸਿੱਧੂ ਨੂੰ ਸਟੇਜ ਦੇ ਆਸ-ਪਾਸ ਵੀ ਅਸੀਂ ਫਟਕਣ ਨਹੀਂ ਦੇਵਾਂਗੇ। ਮੈਂ ਕਿਹਾ ਇਹ ਵੀ ਸਿਰ ਮੱਥੇ ਜੀ। ਸੋ ਗੱਲ ਇਹ ਆ ਵੀ ਸਾਨੂੰ ਹੁਣ ਕਿਸੇ ਤਰ੍ਹਾਂ ਦਾ ਹੰਕਾਰ, ਕਿਸੇ ਤਰ੍ਹਾਂ ਦੀ ਇਨਸਿਕਿਉਰਿਟੀ ਨਹੀਂ ਹੋਣੀ ਚਾਹੀਦੀ। ਹੰਕਾਰ ਸਾਨੂੰ ਆਪਦੀਆਂ ਪੋਜੀਸ਼ਨਾਂ ਦਾ ਹੁੰਦਾ। ਜਦੋਂ ਅਸੀਂ ਇਹ ਗੱਲ ਮੰਨ ਲਈਏ ਵੀ ਅਕਾਲ ਪੁਰਖ ਵਾਹਿਗੁਰੂ ਨੇ ਇਹ ਜਿਹੜਾ ਵਰਤਾਰਾ ਸਾਰਾ ਅਕਾਲ ਪੁਰਖ ਵਾਹਿਗੁਰੂ ਦੀ ਅਗਵਾਈ 'ਚ ਵਾਪਰ ਰਿਹਾ, ਤਾਂ ਫਿਰ ਸਾਨੂੰ ਕਿਸੇ ਤਰ੍ਹਾਂ ਦਾ ਹੰਕਾਰ ਨਹੀਂ ਆ। ਤੇ ਜੇ ਅਸੀਂ ਇਹ ਗੱਲ ਮੰਨ ਲਈਏ ਵੀ ਸਾਡੀ ਪੋਜੀਸ਼ਨ ਜਾਂ ਸਾਡੀ ਜਥੇਬੰਦਕ ਢਾਂਚੇ ਦਾ ਕਿੰਨਾ ਕੁ ਮਜ਼ਬੂਤ ਹੋਣਾ, ਉਹ ਵੀ ਅਕਾਲ ਪੁਰਖ ਵਾਹਿਗੁਰੂ ਨੇ ਦੇਣਾ। ਕਿਉਂਕਿ ਦੇਖੋ ਅਕਾਲ ਪੁਰਖ ਵਾਹਿਗੁਰੂ ਵੱਡੀਆਂ ਵੱਡੀਆਂ ਪੋਜੀਸ਼ਨਾਂ ਦੇ ਦਿੰਦਾ ਹੁੰਦਾ ਤੇ ਮਿੰਟਾਂ 'ਚ ਹੀ ਉਹਨਾਂ ਪੋਜੀਸ਼ਨਾਂ ਨੂੰ ਖਿੱਚ ਲਿਜਾਂਦਾ। ਸੋ ਇਸ ਖਾਤਰ ਇੱਥੇ ਕ੍ਰੈਡਿਟ ਕਿਸੇ ਨੂੰ ਨਹੀਂ, ਸਾਨੂੰ ਇਹ ਕ੍ਰੈਡਿਟ ਵਾਰ 'ਚ ਨਹੀਂ ਪੈਣਾ ਚਾਹੀਦਾ ਵੀ ਸਾਰਾ ਸਿਹਰਾ ਸਾਡੇ ਸਿਰ ਤੇ ਬੰਨਿਆ ਜਾਵੇ ਜਾਂ ਸਾਡੀ ਪੋਜੀਸ਼ਨ ਡਾਊਨ ਹੁੰਦੀ ਆ ਜਾਂ ਇਹ ਗੱਲ ਵੀ ਸਾਡਾ ਜਥੇਬੰਦਕ ਢਾਂਚਾ ਕਮਜ਼ੋਰ ਹੁੰਦਾ ਜੇ ਦੂਜੇ ਬੰਦਿਆਂ ਨੂੰ ਅੱਗੇ ਲੈ ਕੇ ਆਉਣੇ ਆ ਜਾਂ ਉਹਨਾਂ ਨਾਲ ਗੱਲਬਾਤ ਕਰਦੇ ਆ। ਸਾਨੂੰ ਇਸ ਹਉਮੈ ਤੋਂ, ਸਾਨੂੰ ਐਰੋਗੈਂਸ ਤੋਂ, ਸਾਨੂੰ ਇਨਸਿਕਿਉਰਿਟੀ ਤੋਂ ਨਿਕਲਣਾ ਚਾਹੀਦਾ। ਸਾਨੂੰ ਤੰਗ ਨਜ਼ਰੀ ਚੋਂ ਵੀ ਨਿਕਲਣਾ ਚਾਹੀਦਾ। ਇਹ ਗੱਲ ਇਕੱਲੇ ਮੈਂ ਕਿਸਾਨ ਜਥੇਬੰਦੀਆਂ ਦੇ ਆਗੂ ਨਹੀਂ, ਮੈਂ ਆਪਦੇ ਆਪ ਨੂੰ ਵੀ ਕਹਿ ਰਿਹਾ ਇਹ ਗੱਲ। ਸੋ ਸਾਨੂੰ ਇੱਕ ਵਾਰੀ ਕੋਆਰਡੀਨੇਟ ਕਰਕੇ ਆਪਸ 'ਚ ਟੀਮ ਵਰਕ ਪੈਦਾ ਕਰਨਾ ਚਾਹੀਦਾ। ਉਸ ਟੀਮ ਵਰਕ ਦੇ ਰਾਹੀਂ ਗਾਂਹ ਵਧਣਾ ਚਾਹੀਦਾ ਤਾਂ ਕਿ ਇਹ ਡੈਡਲੌਕ ਟੁੱਟ ਸਕੇ, ਸਾਡੀ ਜਿੱਤ ਹੋਵੇ, ਸਾਡੇ ਜਿਹੜੇ ਸੰਘਰਸ਼ੀ ਬੰਦੇ ਆ ਉਹ ਇੱਥੋਂ ਜਿੱਤ ਕੇ ਜਾਣ, ਇੱਕ ਨਵਾਂ ਆਪਾਂ ਪੰਜਾਬ ਸਿਰਜੀਏ, ਨਵਾਂ ਸਮਾਜ ਸਿਰਜੀਏ, ਕਿਸਾਨਾਂ ਦੀ ਜਿੱਤ ਹੋਵੇ। ਉਸ ਅਕਾਲ ਪੁਰਖ ਵਾਹਿਗੁਰੂ ਦਾ ਅਸੀਂ ਸ਼ੁਕਰਾਨਾ ਕਰੀਏ ਜਿਨੇ ਸਾਨੂੰ ਜਗਾਇਆ, ਜਿਨੇ ਇਹ ਜਜ਼ਬਾ ਸਾਡੇ ਅੰਦਰ ਭਰਤਾ ਤੇ ਜਿਨੇ ਰਾਤੋਂ ਰਾਤ ਸਾਨੂੰ ਜ਼ੀਰੋ ਤੋਂ ਹੀਰੋ ਬਣਾਤਾ। ਸੋ ਇਸ ਡਿਵਾਈਨ ਇੰਟਰਵੈਂਸ਼ਨ ਨੂੰ ਸਾਨੂੰ ਸਮਝਣਾ ਚਾਹੀਦਾ। ਏਕਾ ਬਰਕਰਾਰ ਰੱਖੀਏ, ਉਸ ਏਕੇ ਨੂੰ ਇਕੱਲੇ ਨਾਰਿਆਂ 'ਚ ਨਹੀਂ ਸਾਡੇ ਡਿਸਕੋਰਸ 'ਚ ਵੀ ਦਿਖਾਈਏ। ਤੇ ਬਾਕੀ ਸਾਡੀ ਸੰਗਤ ਇੱਥੇ ਦੇਖੋ, ਅਸੀਂ ਸਾਡੀ ਬੇਬੇ ਦੀ ਰਸੋਈ 'ਚ ਬੈਠੇ ਆ, ਸਾਰੇ ਪ੍ਰਸ਼ਾਦਾ ਛਕ ਰਹੇ ਸੀ। ਇਨ ਬਿਟਵੀਨ ਸਾਡੀਆਂ ਮਾਤਾਵਾਂ ਬੈਠੀਆਂ ਤੇ ਇਨ ਬਿਟਵੀਨ ਇਹ ਗੱਲਾਂ ਜਿਹੜੀਆਂ ਇੱਥੇ ਅਸੀਂ ਕਰਦੇ ਰਹਿੰਦੇ ਆ। ਸੰਗਤ ਵਾਰ ਵਾਲੇ ਗੱਲ ਲੈ ਕੇ ਆਉਂਦੀ ਆ ਵੀ ਸਾਡੀ ਜਿਹੜੀ ਗੱਲ ਆ ਉਹ ਕਿਸਾਨ ਜਥੇਬੰਦੀਆਂ ਦੇ ਆਗੂਆਂ ਤੱਕ ਪਹੁੰਚਣੀ ਚਾਹੀਦੀ ਆ ਤੇ ਜਥੇਬੰਦੀਆਂ ਦੇ ਜਿਹੜੇ ਸਾਡੇ ਆਗੂ ਆ ਉਹ ਗੱਲ ਸੁਣੇ ਤਾਂ ਕਿ ਡਿਸਕਨੈਕਟ ਨਾ ਪੈਦਾ ਹੋਵੇ। ਔਰ ਵਾਰ-ਵਾਰ ਅਸੀਂ ਪਰਸਨਲ ਅਟੈਕਸ ਤੇ ਨਾ ਜਾਈਏ। ਮੇਰੇ ਖਿਆਲ 'ਚ ਇਹ ਕੋਈ ਬਾਹਲੀ ਵਧੀਆ ਗੱਲ ਨਹੀਂ ਹੁੰਦੀ। ਪਰਸਨਲ ਅਟੈਕ ਜਿਹੜੇ ਹੁੰਦੇ ਆ ਉਹ ਬਹੁਤ ਹੋਸ਼ੇ ਲੋਕ ਕਰਦੇ ਆ। ਸਾਡੇ ਕਿਰਦਾਰ ਵੀ ਉਦੋਂ ਉੱਚੇ ਆ ਤੇ ਸਾਡੇ ਕੋਲੇ ਜਿਹੜੀ ਮੱਤ ਜਿਹੜੀ ਉੱਚੀ ਆ, ਮਨ ਨੀਵਾਂ, ਉਹ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਬਖਸ਼ਿਆ। ਸਾਨੂੰ ਉਸ ਪ੍ਰੈਕਟਿਸ ਨੂੰ ਆਪਦੇ ਅੰਦਰ ਵਸਾਉਣਾ ਚਾਹੀਦਾ। ਗੁਰੂ ਨਾਨਕ ਸਾਹਿਬ ਨੇ ਸਾਨੂੰ ਜਿਹੜਾ ਸਰਬੱਤ ਦੇ ਭਲੇ ਦਾ ਇੱਕ ਅਸੂਲ ਜਾਂ ਸਰਬੱਤ ਦੇ ਭਲੇ ਦਾ ਜਿਹੜਾ ਫਲਸਫਾ ਸਿਖਾਇਆ, ਉਸ ਫਲਸਫੇ ਨੂੰ ਸਾਨੂੰ ਆਪਦੇ ਅੰਦਰ ਵਸਾਉਣਾ ਚਾਹੀਦਾ। ਸਾਰੇ ਹੀ ਸਾਡੇ ਆ, ਕੋਈ ਵਖਰੇਵੇਂ ਜਿਹੜੇ ਉਹ ਸਿਧਾਂਤਕ ਤੌਰ ਤੇ ਹਮੇਸ਼ਾ ਹੀ ਹੁੰਦੇ ਆ, ਪਰ ਉਹਨਾਂ ਵਖਰੇਵਿਆਂ ਦੇ ਚੱਲਦੇ ਅਸੀਂ ਆਪਸ 'ਚ ਖਿਲਾਫ ਪੋਜੀਸ਼ਨਾਂ ਨਹੀਂ ਲੈਂਦੇ ਹੁੰਦੇ। ਸੋ ਇਸ ਕਰਕੇ ਹੁਣ ਕਿਸੇ ਨੂੰ ਏਜੰਸੀਆਂ ਦਾ ਕਹਿ ਦੇਣਾ, ਕਿਸੇ ਨੂੰ ਕੋਈ ਹੋਰ ਜਿਹੜੇ ਅਸੀਂ ਟੈਗ ਦੇ ਦੇਣੇ, ਇਹ ਗੱਲਾਂ ਬੜੀਆਂ ਛੋਟੀਆਂ। ਇਹਨਾਂ ਗੱਲਾਂ ਤੋਂ ਜਾਂ ਇਹ ਜਿਹੜੀ ਸਾਡੇ 'ਚ ਬੇਭਰੋਸੇ ਪੈਦਾ ਹੋਏ ਆ, ਇਹਨਾਂ ਗੱਲਾਂ ਤੋਂ ਪਰਾਂ ਉੱਠੀਏ
ਤੇ ਅਸੀਂ ਆਪਸ 'ਚ ਕੋਆਰਡੀਨੇਸ਼ਨ ਬਣਾ ਕੇ ਚੱਲੀਏ। ਬਾਕੀ ਜਿਹੜੀ ਗੱਲ ਆਪਾਂ ਇਹ ਕਰਨੀ ਸੀ ਵੀ ਕਈ ਵਾਰੀ ਸਟੇਟ ਦਾ ਨਾ ਜਿਹੜਾ ਖਾੜਕੂ ਸੰਘਰਸ਼ ਦੇ ਦੌਰਾਨ ਇੱਕ ਨੈਰੇਟਿਵ ਰਿਹਾ ਪੰਜਾਬ ਨੂੰ ਡਰਾਉਣ ਦਾ ਜਾਂ ਪੰਜਾਬ 'ਚ ਡਰ ਪੈਦਾ ਕਰਨ ਦਾ, ਸਾਡੀ ਮਾਨਸਿਕਤਾ 'ਚ ਡਰ ਪੈਦਾ ਕਰਨ ਦਾ, ਉਹ ਸਟੇਟ ਜਾਂ ਸਰਕਾਰ ਹੁਣ ਵੀ ਵਰਤ ਰਹੀ ਹੈ। ਹੁਣ ਵੀ ਉਹੀ ਨੈਰੇਟਿਵ ਵਰਤ ਕੇ ਤੇ ਕਿਸਾਨ ਆਗੂ ਕਈ ਵਾਰੀ ਉਸ ਨੈਰੇਟਿਵ ਤੋਂ ਡਰ ਜਾਂਦੇ ਆ। ਦੇਖੋ, ਸਿੱਖ ਜਿਹੜਾ ਉਹ ਕਦੇ ਵੀ ਹਿੰਸਕ ਨਹੀਂ ਹੁੰਦਾ। ਸਿੱਖ ਨੇ ਕਦੇ ਵੀ ਹਿੰਸਾ ਸਿੱਖੀ ਹੋਈ ਨਹੀਂ। ਹਥਿਆਰ ਤਾਂ ਅਸੀਂ ਜਰਵਾਣੇ ਦੀ ਭੱਖਿਆ ਤੇ ਗਰੀਬਾਂ ਦੀ ਰੱਖਿਆ ਕਰਨ ਵਾਸਤੇ ਚੱਕਦੇ ਰਹੇ ਆ, ਤੇ ਸਿੱਖ ਦੇ ਮਨ 'ਚ ਕਦੇ ਵੀ ਹਿੰਸਾ ਪੈਦਾ ਨਹੀਂ ਹੁੰਦੀ ਤੇ ਉਹ ਹਿੰਸਾ ਕਦੇ ਹਥਿਆਰ ਨਹੀਂ ਚੁਕਾਉਂਦੀ। ਸੋ ਇਸ ਕਰਕੇ ਉਸ ਮਾਨਸਿਕਤਾ ਤੋਂ, ਉਸ ਡਰ ਤੋਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਬੇਨਤੀ ਆ ਵੀ ਪਲੀਜ਼ ਉਸ ਡਰ ਤੋਂ ਪਰਾਂ ਹੋ। ਸਰਕਾਰ ਨੇ ਇਹ ਗੱਲਾਂ ਵਾਰ-ਵਾਰ ਸਿਰਜਣੀਆਂ, ਤੁਸੀਂ ਜਾਂ ਅਸੀਂ ਇਹਦਾ ਸ਼ਿਕਾਰ ਨਹੀਂ ਹੋਣਾ। ਅਸੀਂ ਕਿੰਨੇ ਜਾਬਤੇ 'ਚ ਰਹਿ ਕੇ, ਇੱਕ ਬਾਕਮਾਲ ਜਾਬਤਾ ਤੇ ਡਿਸਪਲਿਨ 'ਚ ਰਹਿ ਕੇ ਇਹ ਸੰਘਰਸ਼ ਲੜ ਰਹੇ ਹਾਂ। ਇਹ ਡਿਸਪਲਿਨ ਤੇ ਜਾਬਤਾ ਵੀ ਕਾਇਮ ਰਹੂਗਾ, ਤੁਹਾਡੀ ਜਿਹੜੀ ਅਗਵਾਈ ਵੀ ਕਾਇਮ ਰਹੂਗੀ। ਸਾਡੀ ਹੱਥ ਜੋੜ ਕੇ ਬੇਨਤੀ ਆ ਵੀ ਅਸੀਂ ਮਿਲ ਕੇ ਗੱਲਬਾਤ ਰਾਹੀਂ ਗੱਲਾਂ ਨੂੰ ਸਮਝੀਏ, ਆਈਡੀਆਜ਼ ਨੂੰ ਡਿਸਕਸ ਕਰੀਏ, ਆਈਡੀਆਜ਼ ਨੂੰ ਫਿਰ ਇੰਪਲੀਮੈਂਟ ਕਰੀਏ। ਇੰਨੀਆਂ ਕੁ ਗੱਲਾਂ ਤੁਹਾਡੇ ਨਾਲ ਕਰਨੀਆਂ ਸੀ। ਸਾਡੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ। ਜਿਉਂਦੇ ਵਸਦੇ ਰਹੋ। ਤੇ ਸਪੈਸ਼ਲੀ ਸਾਡੇ ਆਗੂਆਂ ਲਈ ਬੜਾ ਪਿਆਰ ਤੇ ਸਤਿਕਾਰ, ਕਿਉਂਕਿ ਕੋਈ ਪਰਸਨਲ ਆਪਣੀ ਲੜਾਈ ਨਹੀਂ ਆ। ਕਈ ਵਾਰੀ ਸਿਧਾਂਤਾਂ 'ਚ ਵਖਰੇਵੇਂ ਹੋ ਸਕਦੇ ਆ ਤੇ ਉਹਨਾਂ ਨੂੰ ਅਸੀਂ ਆਪਸ 'ਚ ਬਹਿ ਕੇ ਨਜਿੱਠ ਸਕਦੇ ਆ। ਇਹ ਵੀ ਕੋਈ ਬੜੀ ਵੱਡੀ ਗੱਲ ਨਹੀਂ ਹੁੰਦੀ। ਤੇ ਇਸ ਡੈਡਲੌਕ ਦਾ ਵੀ ਜਿਹੜਾ ਹੱਲ ਆ ਉਹ ਹੈਗਾ, ਹੱਲ ਨਿਕਲੇ ਆਉਂਦੇ ਹੁੰਦੇ ਆ। ਸਿਰ ਜੋੜ ਕੇ ਬੈਠੀਏ। ਮੇਰੇ ਵੱਲੋਂ ਇੱਕ ਵਾਰੀ ਫਿਰ ਆਬਾਦ ਰਹੋ, ਖੁਸ਼ ਰਹੋ, ਸਤਿਕਾਰ, ਪਿਆਰ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।